ਵੈਲਕਮ ਸਟੂਡੈਂਟਸ। ਅੱਜ ਅਸੀਂ ਗੱਲ ਕਰਾਂਗੇ ਇੰਡੀਵਿਜੂਅਲ ਡਿਫਰੈਂਸਿਸ ਬਾਰੇ, ਜਿਹੜਾ ਕਿ ਬਹੁਤ ਇੰਪੋਰਟੈਂਟ ਟੌਪਿਕ ਆ। ਸਭ ਤੋਂ ਪਹਿਲਾਂ ਅਸੀਂ ਚਾਰਲਸ ਡਾਰਵਿਨ ਦੀ ਡੈਫੀਨੇਸ਼ਨ ਦੇਖਦੇ ਹਾਂ। ਇਹਦੇ ਵਿੱਚ no two individuals of the same race are quite alike. We may compare millions of faces and each will be distinct. ਅਸੀਂ ਹਜ਼ਾਰਾਂ ਫੇਸ ਦੇਖਦੇ ਹਾਂ ਜ਼ਿੰਦਗੀ ਦੇ ਵਿੱਚ, ਹਜ਼ਾਰਾਂ ਲੱਖਾਂ ਵਿਅਕਤੀਆਂ ਨੂੰ ਮਿਲਦੇ ਆ, ਪਰ ਹਰੇਕ ਅਲੱਗ-ਅਲੱਗ ਦਾ ਹੁੰਦਾ ਹੈ। ਦੋ ਕੋਈ ਵੀ ਇੱਕੋ ਜਿਹੇ ਸੇਮ ਨਹੀਂ ਹੁੰਦੇ। ਤਾਂ ਇੰਡੀਵਿਜੂਅਲ ਡਿਫਰੈਂਸਿਸ ਦਾ ਮੀਨਿੰਗ ਇੰਗਲਿਸ਼ ਵਾਲੇ ਸਟੂਡੈਂਟ ਜਿਹੜੇ ਨੇ ਉਹ ਇੰਗਲਿਸ਼ ਮੀਡੀਅਮ ਦਾ ਜਿਹੜਾ ਮੀਨਿੰਗ ਉਹਨੂੰ ਫੋਲੋ ਕਰ ਸਕਦੇ ਨੇ। ਦੋ ਵਿਅਕਤੀ ਸੰਸਾਰ ਦੇ ਵਿੱਚ ਇੱਕੋ ਜਿਹੇ ਨਹੀਂ ਹੁੰਦੇ। ਈਵਨ ਕਿ ਜਿਹੜੇ ਜੋੜੇ ਬੱਚੇ ਹੁੰਦੇ ਨੇ, ਇੱਕੋ ਸੈੱਲ ਤੋਂ ਬਣੇ ਜਿਹੜੇ ਪਰਸਨ ਹੁੰਦੇ ਨੇ, ਉਹ ਵੀ ਇੱਕੋ ਜਿਹੇ ਨਹੀਂ ਹੁੰਦੇ। ਉਹਨਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਭਿੰਨਤਾਵਾਂ ਨੇ ਜਿਹੜੀਆਂ ਉਹ ਪਾਈਆਂ ਜਾਂਦੀਆਂ ਨੇ। ਜਦੋਂ ਇਹ ਪ੍ਰੋਬਲਮ ਅਸੀਂ ਫੇਸ ਕਰਦੇ ਹਾਂ ਐਜ਼ ਅ ਟੀਚਰ ਕਿ ਦੋ ਵਿਅਕਤੀ ਇੱਕੋ ਜਿਹੇ ਨਹੀਂ ਹੈਗੇ, ਤਾਂ ਦੋ ਬੱਚੇ ਵੀ ਇੱਕੋ ਜਿਹੇ ਨਹੀਂ ਹੋਣਗੇ। ਤਾਂ ਇਹਦੇ ਵਿੱਚ ਦੋ ਤਰੀਕਿਆਂ ਦੀਆਂ ਅਸੀਂ ਜਿਹੜੀਆਂ ਸਾਈਡਸ ਦੇਖਦੇ ਹਾਂ। ਇੱਕ ਤਾਂ ਡਿਫਰੈਂਸਿਸ ਇਨ ਐਬਿਲਿਟੀਜ਼ ਫਰੋਮ ਇੰਡੀਵਿਜੂਅਲ ਟੂ ਇੰਡੀਵਿਜੂਅਲ, ਇੱਕ ਤਾਂ ਵਿਅਕਤੀ ਤੋਂ ਵਿਅਕਤੀ ਦੇ ਵਿਚਕਾਰ ਭਿੰਨਤਾ, ਇੱਕ ਸੇਮ ਇੰਡੀਵਿਜੂਅਲ ਦੇ ਆਪਣੇ ਵਿੱਚ ਭਿੰਨਤਾਵਾਂ। ਇਹ ਦੋ ਚੀਜ਼ਾਂ ਅਸੀਂ ਦੇਖਣੀਆਂ ਨੇ। ਤਾਂ ਪੰਜਾਬੀ ਦਾ ਮੀਨਿੰਗ ਦੇਖਾਂਗੇ ਅਸੀਂ। ਪੰਜਾਬੀ ਦੇ ਮੀਨਿੰਗ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਦੋ ਵਿਅਕਤੀ ਨੇ ਜਿਹੜੇ ਪ੍ਰਮਾਤਮਾ ਨੇ ਸੰਸਾਰ 'ਚ ਇੱਕੋ ਜਿਹੇ ਨਹੀਂ ਬਣਾਏ। ਹਰੇਕ ਵਿਅਕਤੀ ਦੇ ਵਿੱਚ ਭਿੰਨਤਾਵਾਂ ਹੁੰਦੀਆਂ ਨੇ। ਜੇ ਦੋ ਜੋੜੇ ਬੱਚੇ ਨੇ ਜਿਹੜੇ, ਉਹਨਾਂ ਦੇ ਸ਼ਕਲਾਂ ਸੂਰਤਾਂ ਇਕਸਾਰ ਹੋਣਗੀਆਂ, ਤਾਂ ਉਹਨਾਂ ਦੇ ਸੁਭਾਅ, ਸਰੀਰਕ, ਮਾਨਸਿਕ ਤੇ ਸੰਵੇਗਾਤਮਕ ਵਿਕਾਸ ਵਿੱਚ ਭਿੰਨਤਾਵਾਂ ਹੋਣਗੀਆਂ। ਇਹ ਭਿੰਨਤਾਵਾਂ ਸਿਰਫ ਜਿਹੜੇ ਭਿੰਨਤਾਵਾਂ ਨੇ ਸਿਰਫ ਬੰਦਿਆਂ 'ਚ ਨਹੀਂ ਹੁੰਦੀਆਂ, ਜਾਨਵਰਾਂ ਵਿੱਚ ਵੀ ਪਾਈਆਂ ਜਾਂਦੀਆਂ ਨੇ। ਕਈ ਤਰ੍ਹਾਂ ਦੀਆਂ ਭਿੰਨਤਾਵਾਂ ਨੇ ਜਿਹੜੀਆਂ ਉਹ ਕੈਟਾਗਰਾਈਜ਼ ਕਰ ਸਕਦੇ ਹਾਂ ਅਸੀਂ। ਜਿਹੜੀ ਨਵੀਂ ਕਿਸਮ ਦੀ ਖੋਜ, ਨਵੀਂ ਕਿਸਮ ਦੀ ਪ੍ਰੀਖਿਆ ਦੀ ਖੋਜ ਹੋਈ ਆ, ਇਸ ਦੇ ਨਾਲ ਵੱਖ-ਵੱਖ ਖੇਤਰਾਂ ਵਿੱਚ ਵਿਅਕਤੀਗਤ ਭਿੰਨਤਾਵਾਂ 'ਤੇ ਰੋਸ਼ਨੀ ਪਾਈ ਗਈ ਆ। ਸਭ ਤੋਂ ਪਹਿਲਾਂ ਅਰਸਤੂ ਨੇ ਇਸ ਬਾਰੇ ਯਤਨ ਕੀਤੇ ਨੇ। ਉਹਨਾਂ ਨੇ ਆਪਣੇ ਅਧਿਐਨ 'ਚ ਦੱਸਿਆ ਕਿ ਵਿਅਕਤੀਗਤ ਭਿੰਨਤਾਵਾਂ ਵਿੱਚ ਵੱਡੀ ਸਮੱਸਿਆ ਵਿਅਕਤੀਗਤ ਭਿੰਨਤਾਵਾਂ ਵਿੱਚ ਵੱਡੀ ਸਮੱਸਿਆ ਪੈਦਾ ਕਰਦੀ ਹੈ। ਇਸ ਲਈ ਅਧਿਆਪਕ ਜਿਹੜਾ ਵਿਅਕਤੀ ਦੀਆਂ ਭਿੰਨ-ਭਿੰਨ ਯੋਗਤਾਵਾਂ ਅਨੁਸਾਰ ਸਿੱਖਿਆ ਦੇਵੇ। ਇਹ ਸਿਧਾਂਤ ਸਿੱਖਿਆ ਵਿੱਚ ਮੰਨਣਯੋਗ ਆ। ਪ੍ਰਸ਼ਨ ਹੁਣ ਇਹ ਉੱਠਦਾ ਹੈ ਕਿ ਭਿੰਨ-ਭਿੰਨ ਯੋਗਤਾ ਵਾਲੇ ਵਿਅਕਤੀਆਂ ਦੀ ਸਿੱਖਿਆ ਕਿਸ ਤਰ੍ਹਾਂ ਆਯੋਜਿਤ ਕੀਤੀ ਜਾਵੇ, ਕਿਸ ਤਰ੍ਹਾਂ ਇਸ ਦਾ ਧਿਆਨ ਰੱਖਿਆ ਜਾਵੇ। ਵਿਅਕਤੀਗਤ ਭਿੰਨਤਾ ਜਿਹੜੀ ਸਿੱਖਿਆ ਖੇਤਰ ਵਿੱਚ ਕਈ ਤਰ੍ਹਾਂ ਦੇ ਕਾਰਜ, ਅਧਿਐਨ, ਸਮੀਖਿਆ ਤੇ ਖੋਜਾਂ ਦੇ ਆਧਾਰ ਤੇ ਇੱਕ ਪ੍ਰਣਾਲੀ ਸਥਾਪਿਤ ਕੀਤੀ ਜਾਂਦੀ ਆ। ਇਸ ਪ੍ਰਣਾਲੀ ਦੇ ਅੰਤਰਗਤ ਮੁੱਖ ਆਧਾਰ ਬਿੰਦੂ ਹੁੰਦਾ ਹੈ ਬੱਚਾ ਇਸ ਪ੍ਰਣਾਲੀ ਦਾ ਆਧਾਰ ਬਿੰਦੂ ਆ। ਵਿਸ਼ਾ, ਸਮੱਗਰੀ, ਵਿਦਿਆਰਥੀ ਤੇ ਅਧਿਆਪਕ ਇਹ ਸਭ ਅਲੱਗ ਸਾਈਡ ਦੇ ਕਾਰਕ ਨੇ। ਇਸੇ ਕਰਕੇ ਜਮਾਤ 'ਚ ਅਧਿਆਪਕ ਦਾ ਪਹਿਲਾ ਕੰਮ ਆ ਵਿਦਿਆਰਥੀਆਂ ਦੀਆਂ ਵਿਅਕਤੀਗਤ ਭਿੰਨਤਾਵਾਂ ਦਾ ਅਧਿਐਨ ਕਰਨਾ। ਸਭ ਤੋਂ ਪਹਿਲਾਂ ਇਹ ਗੱਲ ਸਮਝਣੀ ਜ਼ਰੂਰੀ ਆ ਕਿ ਵਿਅਕਤੀਗਤ ਭਿੰਨਤਾਵਾਂ ਹੁੰਦੀਆਂ ਕੀ ਨੇ। ਅਸੀਂ ਆਮ ਤੌਰ 'ਤੇ ਕਹਿ ਰਹੇ ਹਾਂ ਕਿ ਹਰ ਇੱਕ ਵਿਅਕਤੀ ਦੂਸਰੇ ਵਿਅਕਤੀ ਤੋਂ ਅਲੱਗ ਹੁੰਦਾ ਏ। ਇੱਥੇ ਡੈਫੀਨੇਸ਼ਨਸ ਵੀ ਦਿੱਤੀਆਂ ਹੋਈਆਂ ਨੇ ਤੁਹਾਨੂੰ, ਸਕਿਨਰ ਦੀ ਤੇ ਟਾਇਲਰ ਦੀ। ਇਹਨਾਂ ਨੂੰ ਪੜ੍ਹਨਾ ਹੈ ਤੁਸੀਂ। ਤਾਂ ਇੱਥੇ ਅਸੀਂ ਕਹਾਂਗੇ ਕਿ ਸਿੱਖਣ ਦਾ ਸੰਬੰਧ ਆ ਜਿਹੜਾ ਉਹ ਵਿਅਕਤੀਗਤ ਭਿੰਨਤਾਵਾਂ ਨਾਲ ਸਿੱਧਾ ਸਿੱਧਾ ਹੈ। ਸਿੱਖਣ ਦਾ ਅਰਥ ਸਿੱਖਣ ਵਾਲੀ ਜਮਾਤ, ਅਧਿਐਨ ਕਰਨ ਵਾਲੇ ਵਿਦਿਆਰਥੀ ਵੀ ਸਿੱਖਿਆਰਥੀ ਹੀ ਕਹਾਉਂਦੇ ਨੇ। ਸਿੱਖਿਆਰਥੀ ਜਿਹੜੇ ਨੇ ਉਹਨਾਂ ਦਾ ਪਰਿਵਾਰਕ ਪਿਛੋਕੜ, ਬੁੱਧੀ ਪੱਧਰ, ਚਰਿੱਤਰ, ਹੋਰ ਸਾਰੇ ਗੁਣ ਨੇ ਜਿਹੜੇ ਅਧਿਆਪਕ ਨੂੰ ਗੁਣ ਜਿਹੜੇ ਨੇ ਜਾਣ ਲੈਣੇ ਚਾਹੀਦੇ ਨੇ ਤਾਂ ਜੋ ਉਹਨਾਂ ਦੀ ਸਹੀ ਅਗਵਾਈ ਹੋ ਸਕੇ। ਸਿੱਖਿਆਰਥੀਆਂ 'ਚ ਵਿਅਕਤੀਗਤ ਭਿੰਨਤਾਵਾਂ, ਦੋ ਵਿਅਕਤੀ ਕਦੇ ਵੀ ਇੱਕੋ ਜਿਹੇ ਨਹੀਂ ਹੁੰਦੇ। ਅਸੀਂ ਪਹਿਲਾਂ ਸਿੱਖਿਆਰਥੀ ਦੇਖਿਆ ਕੌਣ ਹੁੰਦੇ ਨੇ, ਫਿਰ ਹੁਣ ਇਹਨਾਂ ਦੀਆਂ ਭਿੰਨਤਾਵਾਂ ਦੇਖਾਂਗੇ।
ਦੋ ਜੁੜਵਾਂ ਬੱਚਿਆਂ ਦੇ ਵਿੱਚ ਵੀ 19-21 ਦਾ ਫਰਕ ਹੁੰਦਾ। ਇਹਨਾਂ ਨੂੰ ਵਿਅਕਤੀਗਤ ਭਿੰਨਤਾਵਾਂ ਕਹਿੰਦੇ ਨੇ। ਇਹਦੇ ਅਨੇਕਾਂ ਕਾਰਨ ਹੋ ਸਕਦੇ ਨੇ, ਜਿਹਦੇ ਵਿੱਚ ਹੈਰੀਡਿਟੀ, ਐਨਵਾਇਰਨਮੈਂਟ, ਏਜ, ਜੈਂਡਰ ਡਿਫਰੈਂਸਿਸ, ਇਹ ਬਹੁਤ ਸਾਰੇ ਕਾਰਨ ਨੇ ਜਿਹੜੇ ਵਿਅਕਤੀਗਤ ਭਿੰਨਤਾਵਾਂ ਲੈ ਕੇ ਆਉਂਦੇ ਨੇ। ਇਹ ਇੱਕ ਸਮੱਸਿਆ ਹੈ ਜਿਹੜੀ ਕਿ ਅਧਿਆਪਕ ਦੇ ਜਿਹੜੇ ਟੀਚਿੰਗ ਕੈਰੀਅਰਸ ਦੇ ਵਿੱਚ ਆਉਂਦੀ ਆ, ਅਧਿਆਪਨ ਦੇ ਦੌਰਾਨ ਆਉਂਦੀ ਆ। ਇਸੇ ਲਈ ਜਿਹੜੀ ਇਹ ਟੌਪਿਕ ਹੈ, ਇਸ ਨੂੰ ਟੀਚਿੰਗ ਕੋਰਸਿਸ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਕਿ ਵਿਅਕਤੀਗਤ ਭਿੰਨਤਾਵਾਂ ਕੀ ਹੁੰਦੀਆਂ ਨੇ, ਇਹ ਕਿਉਂ ਹੁੰਦੀਆਂ ਨੇ, ਇਹਦੇ ਕੀ ਕੀ ਕਾਰਨ ਨੇ, ਇਹਨਾਂ ਨੂੰ ਕਿਵੇਂ ਕਿਵੇਂ ਨਜਿੱਠਿਆ ਜਾ ਸਕਦਾ ਹੈ। ਤਾਂ ਇਸ ਟੌਪਿਕ ਦੇ ਵਿੱਚ ਅੱਗੇ ਅਸੀਂ ਕਰਾਂਗੇ ਕਿ ਕਿਹੜੇ ਕਿਹੜੇ ਕਾਰਨ ਨੇ ਜੋ ਵਿਅਕਤੀਗਤ ਭਿੰਨਤਾ ਲੈ ਕੇ ਆਉਂਦੇ ਨੇ। ਨੰਬਰ 1 ਤੇ ਹੈਗਾ ਜਦ ਤੇ ਵਾਤਾਵਰਨ, ਹੈਰੀਡਿਟੀ ਐਂਡ ਐਨਵਾਇਰਨਮੈਂਟ, ਜਿਹਨੂੰ ਅਸੀਂ ਡਿਟੇਲ ਦੇ ਵਿੱਚ ਪਹਿਲਾਂ ਪੜ੍ਹਿਆ। ਹੈਰੀਡਿਟੀ ਐਂਡ ਐਨਵਾਇਰਨਮੈਂਟ ਡਿਵੈਲਪਮੈਂਟ ਦੇ ਵਿੱਚ ਤਾਂ 80% ਜਿਹੜਾ ਦਿਮਾਗ ਆ ਬੱਚੇ ਨੂੰ ਉਹ ਵਿਰਾਸਤ ਚੋਂ ਮਿਲਦਾ ਏ। ਬਾਕੀ ਜਿਹੜਾ ਦਿਮਾਗ ਆ ਉਹ ਉਸ ਦਾ ਆਪਣਾ ਏ। ਤਾਂ ਜਿਹੜੇ ਹੁਸ਼ਿਆਰ ਬੱਚੇ ਹੁੰਦੇ ਨੇ ਉਹਨਾਂ ਦੇ ਪੇਰੈਂਟਸ ਵੀ ਹੁਸ਼ਿਆਰ ਹੁੰਦੇ ਨੇ। ਜਿਹੜੇ ਕਮਜ਼ੋਰ ਦਿਮਾਗ ਦੇ ਬੱਚੇ ਹੁੰਦੇ ਨੇ ਉਹਨਾਂ ਨੂੰ ਕਮਜ਼ੋਰ ਦਿਮਾਗ ਵੀ ਉਹਨਾਂ ਦੇ ਪੇਰੈਂਟਸ ਦੀ ਦੇਣ ਮੰਨਿਆ ਜਾਂਦਾ ਏ। ਤਾਂ ਇਸੇ ਤਰ੍ਹਾਂ ਵਾਤਾਵਰਨ ਜਿਹੜਾ ਹੈ ਉਹ ਵੀ ਪ੍ਰਭਾਵਿਤ ਕਰਦਾ ਏ। ਇੰਡੀਵਿਜੂਅਲ ਡਿਫਰੈਂਸਿਸ ਆਉਂਦੇ ਨੇ। ਇਹਦੇ ਨਾਲ ਲੰਬਾਈ ਦੇ ਵਿੱਚ ਵੀ ਫਰਕ ਹੋ ਸਕਦਾ ਬੱਚੇ ਦੇ। ਤਾਂ ਉਸ ਦਾ ਮੋਟਾਪਾ, ਮੋਟੇ ਪੇਰੈਂਟਸ ਨੇ ਤਾਂ ਬੱਚਾ ਵੀ ਮੋਟਾ ਹੁੰਦਾ ਹੈ, ਪਤਲੇ ਪੇਰੈਂਟਸ ਨੇ ਤਾਂ ਹੁੰਦਾ ਹੈ ਜ਼ਿਆਦਾਤਰ ਕਿ ਬੱਚਾ ਵੀ ਪਤਲਾ ਹੈ। ਪਰ ਜ਼ਰੂਰੀ ਨਹੀਂ ਹੁੰਦਾ ਕਿ ਸਾਰੀਆਂ ਚੀਜ਼ਾਂ ਮਿਲਣ, ਪਰ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਜਦ ਤੇ ਵਾਤਾਵਰਨ ਦਾ ਪ੍ਰਭਾਵ ਆ ਜਿਹੜਾ ਉਹ ਇੰਡੀਵਿਜੂਅਲ ਡਿਫਰੈਂਸਿਸ ਲੈ ਕੇ ਆਉਂਦਾ ਹੈ। ਫਿਰ ਬੁੱਧੀ ਦੇ ਆਕਾਰ ਤੇ ਵਿਅਕਤੀਗਤ ਭਿੰਨਤਾ। ਬੱਚਿਆਂ ਵਿੱਚ ਬੁੱਧੀ ਪੱਧਰ ਅਨੁਸਾਰ ਮੰਦ ਬੁੱਧੀ, ਵਿਕਾਰੀ, ਪ੍ਰਭਿਤਾਸ਼ਾਲੀ, ਰਚਨਾਤਮਕ ਪਛੜੇ ਬੱਚੇ ਹੁੰਦੇ ਨੇ ਕਈ ਤਰ੍ਹਾਂ ਦੇ, ਜਿਨ੍ਹਾਂ ਕਰਕੇ ਬੁੱਧੀ ਦੀਆਂ ਭਿੰਨਤਾਵਾਂ ਨੇ ਜਿਹੜੀਆਂ ਵਿਅਕਤੀਗਤ ਭਿੰਨਤਾਵਾਂ ਨੂੰ ਨਿਰਧਾਰਿਤ ਕਰਦੀਆਂ ਨੇ। ਫਿਰ ਉਮਰ ਤੇ ਸਿੱਖਣਾ। ਮਨੋਵਿਗਿਆਨੀਆਂ ਨੇ ਕਿਹਾ ਕਿ ਸਿੱਖਣ ਦੀ ਵਿਸ਼ੇਸ਼ ਉਮਰ ਹੁੰਦੀ ਆ। ਛੋਟੀ ਉਮਰ ਵਿੱਚ ਬੱਚੇ ਵਧੀਆ ਤੇ ਵੱਧ ਸਿੱਖਦੇ ਨੇ, ਜਦਕਿ ਕਿਸ਼ੋਰ ਅਵਸਥਾ ਵਿੱਚ ਬੌਧਿਕ ਵਿਕਾਸ ਦੀ ਚਰਮ ਸੀਮਾ ਮੰਨੀ ਜਾਂਦੀ ਹੈ। ਪਿਛਲੀ ਬਾਲ ਅਵਸਥਾ ਵਿੱਚ ਬੱਚੇ ਵਿੱਚ ਭੇਦਾਤਮਕ ਸੰਕਲਪ ਵੱਧਦਾ ਹੈ। 50 ਸਾਲ ਤੋਂ ਬਾਅਦ ਸਿੱਖਣ ਦੀ ਯੋਗਤਾ ਜਿਹੜੀ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ। ਫਿਰ ਲਿੰਗ ਵਖਰੇਵੇਂ ਨੇ ਜਿਹੜੇ, ਇਹ ਵੀ ਇੰਡੀਵਿਜੂਅਲ ਡਿਫਰੈਂਸਿਸ ਲੈ ਕੇ ਆਉਂਦੇ ਨੇ। ਅੱਗੇ ਹੈਗਾ ਲਿੰਗ ਵਖਰੇਵਿਆਂ ਦਾ ਪ੍ਰਭਾਵ। 6 ਸਾਲ ਦੀ ਉਮਰ ਤੱਕ ਬੱਚੇ ਵਿੱਚ ਲਿੰਗ ਵਖਰੇਵਾਂ ਆਉਣਾ ਸ਼ੁਰੂ ਹੋ ਜਾਂਦਾ ਹੈ। ਕਿਸ਼ੋਰ ਅਵਸਥਾ ਵਿੱਚ ਇਹ ਵਖਰੇਵਾਂ ਬਹੁਤ ਵੱਧ ਜਾਂਦਾ ਹੈ। ਇਸ ਪ੍ਰਕਾਰ ਵਿਅਕਤੀਗਤ ਭਿੰਨਤਾਵਾਂ ਦਾ ਕਾਰਨ ਵਿਦਿਆਰਥੀਆਂ ਵਿੱਚ ਕਈ ਖੇਤਰਾਂ ਵਿੱਚ ਸੁਚੱਜੀ ਅਗਵਾਈ ਦਿੱਤੀ ਜਾਵੇ, ਜਿਵੇਂ ਕਿ ਸਿੱਖਿਆ ਖੇਤਰ ਤੇ ਸਿਹਤ ਸੰਬੰਧੀ ਅਗਵਾਈ, ਸਮਾਜਿਕ ਮਨੋਵਿਗਿਆਨਕ ਅਗਵਾਈ। ਇਹ ਕਾਰਜ ਸਿੱਖਿਆ ਮਾਹਰਾਂ, ਮਾਪੇ, ਸਕੂਲ ਪ੍ਰਬੰਧਕਾਂ ਤੇ ਅਧਿਆਪਕਾਂ ਦੁਆਰਾ ਦਿੱਤਾ ਜਾਣਾ ਚਾਹੀਦਾ ਹੈ। ਤਾਂ ਵਿਅਕਤੀਗਤ ਭਿੰਨਤਾਵਾਂ ਨੂੰ ਸਾਹਮਣੇ ਦੇਖਦੇ ਹੋਏ ਅਗਵਾਈ ਦੇਣੀ ਚਾਹੀਦੀ ਹੈ ਬੱਚਿਆਂ ਨੂੰ। ਵਿਅਕਤੀਗਤ ਭਿੰਨਤਾਵਾਂ ਦੇ ਕਾਰਨ ਅਸੀਂ ਕੀਤੇ ਨੇ। ਵੰਸ਼ ਅਨੁਕ੍ਰਮ, ਜਿਹਦੇ ਵਿੱਚ ਨੈਣ ਨਕਸ਼, ਚਮੜੀ ਦੀ ਕਿਸਮ, ਖੋਪੜੀ ਦਾ ਆਕਾਰ, ਇੱਕ ਵਿਅਕਤੀ ਦਾ ਦੂਜੇ ਵਿਅਕਤੀ ਤੋਂ ਸਾਰੀ ਚੀਜ਼ ਆ ਜਿਹੜੀ ਉਹ ਭਿੰਨ ਹੁੰਦੀ ਆ। ਵਾਤਾਵਰਨ ਆ ਜਿਹੜਾ ਸਾਡੇ ਆਲੇ ਦੁਆਲੇ ਦਾ ਮਾਹੌਲ ਤੇ ਵਾਤਾਵਰਨ ਕਿਸ ਤਰ੍ਹਾਂ ਦਾ ਹੈ ਉਹ ਵੀ ਸਾਡੇ ਪਰਸਨੈਲਿਟੀ ਦੇ ਉੱਤੇ ਫਰਕ ਪਾਉਂਦਾ ਹੈ। ਅੱਗੇ ਲਿੰਗਿਕ ਭੇਦ ਭਾਵ ਤੇ ਵਖਰੇਵੇਂ। ਕਿੰਨੇ ਸਮਾਜ ਦੇ ਵਿੱਚ ਜਿਹੜੇ ਨੇ ਜੈਂਡਰ ਡਿਫਰੈਂਸਿਸ ਨੇ, ਜੈਂਡਰ ਡਿਸਕ੍ਰਿਮੀਨੇਸ਼ਨ ਵੀ ਇਹਦੇ ਵਿੱਚ ਆਉਂਦੇ ਨੇ, ਉਹ ਵੀ ਅਸਰ ਪਾਉਂਦੇ ਨੇ। ਫਿਰ ਜਾਤ, ਨਸਲ ਤੇ ਰਾਸ਼ਟਰੀਅਤਾ ਦਾ ਪ੍ਰਭਾਵ। ਕਿਸ ਤਰ੍ਹਾਂ ਦੀ ਜਿਹੜੀ ਮਨੁੱਖ ਦੀ ਰਾਸ਼ਟਰੀਅਤਾ ਹੈ, ਉਹ ਮਾਨਸਿਕ ਯੋਗਤਾਵਾਂ ਕਿਸ ਤਰ੍ਹਾਂ ਦੀਆਂ ਨੇ, ਇਹ ਸਾਰੀ ਚੀਜ਼ਾਂ ਜਿਹੜੀ ਵਿਅਕਤੀਗਤ ਭਿੰਨਤਾਵਾਂ ਨੂੰ ਆਧਾਰ ਬਣਾਉਂਦੀ ਆ। ਚਰਿੱਤਰਕ ਭਿੰਨਤਾਵਾਂ, ਜਿਵੇਂ ਵਿਅਕਤੀ ਆ ਜਿਹੜਾ ਬਹੁਤ ਵਧੀਆ ਸੁਭਾਅ ਦਾ ਹੈ, ਘੱਟ ਵਧੀਆ ਸੁਭਾਅ ਦਾ ਹੈ, ਉਸ ਦੀ ਚਰਿੱਤਰ ਸੰਬੰਧੀ ਵਿਸ਼ੇਸ਼ਤਾਵਾਂ ਕੀ ਨੇ, ਇਹ ਵੀ ਅਸਰ ਪਾਉਂਦੀਆਂ ਨੇ ਵਿਅਕਤੀਗਤ ਭਿੰਨਤਾ ਦੇ। ਇਸ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੀਆਂ ਭਿੰਨਤਾਵਾਂ ਹੁੰਦੀਆਂ ਨੇ। ਸਿੱਖਿਆ ਪੱਖ ਤੋਂ ਭਿੰਨਤਾ, ਭਾਸ਼ਾ, ਰੁਚੀਆਂ, ਪਰਿਵਾਰਕ ਪਿਛੋਕੜ, ਇਹਨਾਂ ਕਾਰਨਾਂ ਕਰਕੇ ਵਿਅਕਤੀ ਇੱਕ ਦੂਜੇ ਤੋਂ ਵੱਖਰਾ ਦਿਖਾਈ ਦਿੰਦਾ ਹੈ। ਸਿੱਖਿਆ ਵਿੱਚ ਵਿਅਕਤੀਗਤ ਭਿੰਨਤਾਵਾਂ। ਆਧੁਨਿਕ ਸਿੱਖਿਆ ਦਾ ਇੱਕ ਮੁੱਖ ਉਦੇਸ਼ ਵਿਦਿਆਰਥੀ ਦਾ ਸੰਪੂਰਨ ਸਰਵਪੱਖੀ ਵਿਕਾਸ ਕਰਨਾ ਹੁੰਦਾ ਹੈ। ਤਾਂ ਜੇ ਹੁਣ ਅਸੀਂ ਸਿੱਖਿਆ 'ਚ ਵਿਅਕਤੀਗਤ ਭਿੰਨਤਾਵਾਂ ਦੇਖੀਏ ਤਾਂ ਸਾਨੂੰ ਬਹੁਤ ਹੀ ਜ਼ਿਆਦਾ
ਇੱਥੇ ਸੁਚੇਤ ਹੋ ਕੇ ਚੱਲਣ ਦੀ ਲੋੜ ਆ, ਕਿਉਂਕਿ ਅਸੀਂ ਜਿਹੜੀਆਂ ਭਿੰਨਤਾਵਾਂ ਨੇ ਸਾਡੀ ਸਿੱਖਿਆ ਪ੍ਰਣਾਲੀ ਨੂੰ ਪ੍ਰਭਾਵਿਤ ਕਰਦੀਆਂ ਨੇ। ਜੇ ਥੋੜੀ ਜਿਹੀ ਵੀ ਅਸੀਂ ਅਣਗਹਿਲੀ ਵਰਤਾਂਗੇ ਬੱਚਿਆਂ ਦੇ ਮਾਮਲੇ ਦੇ ਵਿੱਚ ਤਾਂ ਸਾਡੀ ਸਿੱਖਿਆ ਪ੍ਰਣਾਲੀ ਹੈ ਜਿਹੜੀ ਉਹ ਆਪਣੇ ਉਦੇਸ਼ ਪੂਰੇ ਨਹੀਂ ਕਰ ਸਕੂਗੀ। ਜਿਵੇਂ ਬੱਚੇ ਵੱਖ-ਵੱਖ ਬੁੱਧੀ ਪੱਧਰ ਦੇ ਹੁੰਦੇ ਨੇ, ਵੱਖ-ਵੱਖ ਰੁਚੀਆਂ, ਯੋਗਤਾਵਾਂ ਤੇ ਭਾਵਨਾਤਮਕ ਵਖਰੇਵਿਆਂ ਵਾਲੇ ਹੁੰਦੇ ਨੇ, ਤਾਂ ਸਿੱਖਿਆ ਪ੍ਰਕਿਰਿਆ ਨੂੰ ਪ੍ਰਭਾਵਸ਼ਾਲੀ ਬਣਾਉਣਾ ਤਾਂ ਇਹਨਾਂ ਵਿਅਕਤੀਗਤ ਭਿੰਨਤਾਵਾਂ ਦੇ ਅਨੁਸਾਰ ਹੀ ਸਿੱਖਿਆ ਜਿਹੜੀ ਉਹ ਦਿੱਤੀ ਜਾਣੀ ਚਾਹੀਦੀ ਆ, ਜਿਨ੍ਹਾਂ ਨੂੰ ਅਸੀਂ ਅੱਗੇ ਦਿੱਤੇ ਜਿਹੜੇ ਆਹ ਢੰਗ ਨੇ ਸਾਡੇ, ਇਹਨਾਂ ਨੂੰ ਵਰਤ ਕੇ ਅਸੀਂ ਵਧੀਆ ਇਫੈਕਟਿਵ ਟੀਚਿੰਗ ਆ ਜਿਹੜੀ ਕਰ ਸਕਦੇ ਹਾਂ। ਪਹਿਲਾਂ ਤਾਂ ਜਮਾਤ ਵਿੱਚ ਬੱਚਿਆਂ ਦੀ ਉਚਿਤ ਵੰਡ ਕਰਕੇ ਬੁੱਧੀ ਪੱਧਰ ਦੇ ਅਨੁਸਾਰ ਕਰ ਸਕਦੇ ਹਾਂ, ਰੁਚੀਆਂ ਅਨੁਸਾਰ ਕਰ ਸਕਦੇ ਹਾਂ, ਉਮਰ ਅਨੁਸਾਰ ਕਰ ਸਕਦੇ ਹਾਂ। ਫਿਰ ਪਾਠਕ੍ਰਮ ਜਿਹੜਾ ਉਹ ਸਿਖਾਉਣ ਲੱਗੇ, ਅਲੱਗ-ਅਲੱਗ ਵਿਸ਼ਿਆਂ ਨੂੰ ਸਿਖਾਉਣ ਲੱਗੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਧਿਆਨ ਦੇ ਵਿੱਚ ਰੱਖਣਾ ਹੈ। ਜਮਾਤ ਦਾ ਆਕਾਰ ਛੋਟਾ ਹੋਣਾ ਚਾਹੀਦਾ, ਤਾਂ ਹੀ ਵਿਅਕਤੀਗਤ ਭਿੰਨਤਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜਾ ਪਰਸਨੈਲਿਟੀ ਡਿਵੈਲਪਮੈਂਟ ਹੋ ਸਕਦੀ ਹੈ। ਅਧਿਆਪਨ ਵਿਧੀਆਂ ਨੇ ਜਿਹੜੀਆਂ ਇਸ ਤਰ੍ਹਾਂ ਦੀਆਂ ਪ੍ਰਯੋਗੀ ਵਿਧੀਆਂ ਹੋਣੀਆਂ ਚਾਹੀਦੀਆਂ ਨੇ ਜਿਹੜੀਆਂ ਸਾਰੇ ਬੱਚਿਆਂ ਲਈ ਸੂਟੇਬਲ ਹੋਣ। ਵਿਅਕਤੀਗਤ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ। ਇੰਡੀਵਿਜੂਅਲ ਡਿਫਰੈਂਸਿਸ ਨੇ ਤਾਂ ਇੰਡੀਵਿਜੂਅਲ ਟ੍ਰੇਨਿੰਗ ਹੋਣੀ ਚਾਹੀਦੀ ਆ, ਜਿਹਦੇ ਵਿੱਚ ਡਾਲਟਨ ਯੋਜਨਾ ਅਪਣਾਈ ਜਾਵੇ, ਮੌਰਿਸਨ ਯੋਜਨਾ ਅਪਣਾਈ ਜਾਵੇ। ਇਹਨਾਂ ਜਿਹੜੀਆਂ ਯੋਜਨਾਵਾਂ ਨੇ ਇਹਨਾਂ ਨੂੰ ਟਾਈਮ ਟੇਬਲ ਤੋਂ ਫ੍ਰੀ ਰੱਖਣਾ ਚਾਹੀਦਾ ਹੈ। ਐਕਸਟਰਾ ਟਾਈਮ ਦੇ ਵਿੱਚ ਇਹਨਾਂ ਨੂੰ ਅਪਣਾਉਣਾ ਚਾਹੀਦਾ। ਮੇਰੇ ਨੇਟਕਾ ਦੀ ਯੋਜਨਾ, ਫਿਰ ਠੇਕਾ ਯੋਜਨਾ, ਇਸ ਤਰ੍ਹਾਂ ਨਾਲ ਜਿਹੜੀਆਂ ਇਹ ਯੋਜਨਾਵਾਂ ਨੇ ਇਹਨਾਂ ਦੇ ਵਿੱਚ ਅਸੀਂ ਬੱਚੇ ਨੂੰ ਡਿਵੈਲਪ ਕਰ ਸਕਦੇ ਹਾਂ। ਫਿਰ ਮਨੋਵਿਗਿਆਨਕ ਸਿਧਾਂਤ ਸਿੱਖਿਆ ਪ੍ਰਕਿਰਿਆ ਦਾ ਸੁਭਾਅ, ਇਹ ਜਿਹੜਾ ਇਹ ਬਹੁਤ ਜ਼ਿਆਦਾ ਗੁੰਝਲਦਾਰ ਵਿਸ਼ਾ ਹੈ, ਇਹ ਵੀ ਪ੍ਰੈਕਟੀਕਲੀ ਹੋਣਾ ਚਾਹੀਦਾ ਹੈ। ਇਹ ਤੋਂ ਬਾਅਦ ਸਿੱਖਣ ਪ੍ਰਕਿਰਿਆ ਦੇ ਉਦੇਸ਼ ਤਾਂ ਹੀ ਅਸੀਂ ਪ੍ਰਾਪਤ ਕਰ ਸਕਦੇ ਹਾਂ ਜੇ ਬੱਚੇ ਦੀ ਪਰਸਨੈਲਿਟੀ ਹੈ ਜਿਹੜੀ ਸਮਾਜ ਦੇ ਅਕੋਰਡਿੰਗ ਡਿਵੈਲਪ ਕਰ ਸਕਦੇ ਹਾਂ, ਉਸ ਦੇ ਬਿਹੇਵੀਅਰ ਨੂੰ ਮੋਡੀਫਾਈ ਕਰ ਸਕਦੇ ਹਾਂ। ਤਾਂ ਇੰਡੀਵਿਜੂਅਲ ਡਿਫਰੈਂਸਿਸ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਸਿੱਖਿਆ ਦੇ ਉਦੇਸ਼ ਨੇ ਜਿਹੜੇ ਇਸ ਤਰ੍ਹਾਂ ਦੇ ਤਜਰਬਿਆਂ ਦੇ ਆਧਾਰਿਤ, ਅਨੁਭਵਾਂ ਦੇ ਆਧਾਰਿਤ ਅਸੀਂ ਪ੍ਰਾਪਤ ਕਰਨੇ ਨੇ, ਜਿਨ੍ਹਾਂ ਨਾਲ ਬੱਚਿਆਂ ਦਾ ਜਿਹੜਾ ਉਹ ਵਾਧਾ ਅਤੇ ਵਿਕਾਸ ਹੋ ਸਕੇ। ਸਿੱਖਣ ਪ੍ਰਕਿਰਿਆ ਦਾ ਸੰਕਲਨ, ਇਹਦੇ ਵਿੱਚ ਅਸੀਂ ਬਹੁਤ ਸਾਰੇ ਜਿਹੜੀਆਂ ਗੱਲਾਂ ਸ਼ਾਮਿਲ ਕਰ ਸਕਦੇ ਹਾਂ। ਸੱਭਿਆਚਾਰ, ਤਕਨੀਕ, ਵਾਤਾਵਰਨ, ਇਹ ਸਾਰਿਆਂ ਨੂੰ ਅਸੀਂ ਸ਼ਾਮਿਲ ਕਰਕੇ ਬੱਚੇ ਦੀ ਡਿਵੈਲਪਮੈਂਟ ਆ ਜਿਹੜੀ ਉਹ ਕਰ ਸਕਦੇ ਹਾਂ। ਤਾਂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਕੀਤਾ ਹੈ ਕਿ ਕੀ ਹੁੰਦੇ ਨੇ ਇੰਡੀਵਿਜੂਅਲ ਡਿਫਰੈਂਸਿਸ, ਕਿਹੜੇ ਕਾਰਨ ਨੇ, ਕਿਵੇਂ ਅਸੀਂ ਸਿੱਖਿਆ ਪ੍ਰਕਿਰਿਆ ਰਾਹੀਂ ਅਧਿਆਪਕ ਨੂੰ ਸੇਧ ਦੇ ਸਕਦੇ ਹਾਂ। ਸਿੱਖਿਆ ਪ੍ਰਕਿਰਿਆ ਰਾਹੀਂ ਅਧਿਆਪਕ ਆ ਜਿਹੜਾ ਉਹ ਇੰਡੀਵਿਜੂਅਲ ਡਿਫਰੈਂਸਿਸ ਨੂੰ ਧਿਆਨ 'ਚ ਰੱਖਦੇ ਹੋਏ ਬੱਚਿਆਂ ਨੂੰ ਡਿਵੈਲਪ ਕਰ ਸਕਦਾ, ਉਹਨਾਂ ਦੀ ਪਰਸਨੈਲਿਟੀ ਦੇ ਸਾਰੇ ਆਸਪੈਕਟ ਨੇ ਜਿਹੜੇ ਡਿਵੈਲਪ ਕਰ ਸਕਦਾ ਹੈ। ਤਾਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ, ਅੱਗੇ ਫਿਰ ਨੈਕਸਟ ਟੌਪਿਕ ਨਾਲ ਮਿਲਦੇ ਹਾਂ। ਓਕੇ, ਥੈਂਕਸ।